ਸਾਈਂ ਮੀਆਂ ਮੀਰ। ਸਾਈਂ ਮੀਆਂ ਮੀਰ ਜੀ ਦਾ ਗੁਰੂ ਘਰ ਨਾਲ ਬਹੁਤ ਨਿਕਟਵਰਤੀ ਅਤੇ ਨਿੱਘਾ ਸੰਬੰਧ ਹੋਣ ਕਾਰਨ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ। ਗੁਰੂ ਸਾਹਿਬਾਨ ਜੀ ਨਾਲ ਮੀਆਂ ਮੀਰ ਦੇ ਗੂੜ੍ਹੇ ਸੰਬੰਧਾਂ ਦਾ ਆਧਾਰ ਇੰਨਾ ਨਿੱਜੀ, ਪਸੰਦ ਜਾਂ ਨਾਪਸੰਦ ਨਹੀਂ ਸੀ, ਜਿੰਨਾ ਉਹ ਵਿਚਾਰਧਾਰਕ ਸਾਂਝ ਸੀ, ਜਿਹੜੀ ਇੱਕ ਪਾਸੇ ਸਹਿਣਸ਼ੀਲਤਾ, ਮਾਨਵੀ ਪਿਆਰ ਅਤੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਉਤਥਾਨ ਲਈ ਕਾਰਜਸ਼ੀਲ ਹੋਣ ਵਾਸਤੇ ਪ੍ਰੇਰਨਾਦਾਇਕ ਸੰਦੇਸ਼ ਦਿੰਦੀ ਸੀ, ਅਤੇ ਦੂਜੇ ਪਾਸੇ ਧਾਰਮਿਕ ਕੱਟੜਤਾ, ਮਜ਼ਹਬੀ ਤਸੱਸਬ, ਵੇਲੇ ਦੇ ਹਾਕਮਾਂ ਦੇ ਜ਼ੋਰ ਜ਼ਬਰ, ਧੱਕੇਸ਼ਾਹੀ ਅਤੇ ਸਮਾਜਿਕ ਲੁੱਟ-ਖਸੁੱਟ ਅਤੇ ਬੇਇਨਸਾਫੀ ਦੇ ਖਿਲਾਫ ਸੰਗਰਾਮ ਦਾ ਝੰਡਾ ਬੁਲੰਦ ਕਰਨ ਦੀ ਹੱਲਾਸ਼ੇਰੀ ਦਿੰਦੀ ਸੀ। ਪਿਛੋਕੜ: ਮੀਆਂ ਮੀਰ ਜੀ ਨੂੰ ਸਤਿਕਾਰ ਨਾਲ ਹਜ਼ਰਤ ਮੀਆਂ ਮੀਰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਭਾਵੇਂ ਉਹਨਾਂ ਦਾ ਅਸਲੀ ਨਾਮ ਸ਼ੇਖ ਮੁਹੰਮਦ ਸੀ, ਹਜ਼ਰਤ ਅਤੇ ਸ਼ੇਖ ਵਾਂਗ ਮੀਰ ਵੀ ਆਦਰ ਅਤੇ ਸਤਿਕਾਰ ਦਾ ਸੂਚਕ ਪਦ ਹੈ, ਜਿਹੜਾ ਮਹਾਨ ਮੁਸਲਮਾਨ ਸੰਤਾਂ ਅਤੇ ਫਕੀਰਾਂ ਦੀ ਅੰਸ਼, ਔਲਾਦ ਜਾਂ ਜਾਨਸੀਨਾਂ ਲਈ ਵਰਤਿਆ ਜਾਂਦਾ ਹੈ। ਇਹ ਕਹਿਣਾ ਹੋਰ ਵੀ ਠੀਕ ਹੋਵੇਗਾ ਕਿ ਇਹ ਪਦ ਆਮ ਕਰਕੇ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਦੀ ਬੇਟੀ ਫਾਤਿਮਾ ਦੇ ਵੰਸ਼ ਲਈ ਵਰਤਿਆ ਜਾਂਦਾ ਹੈ। ਹਜ਼ਰਤ ਮੀਆਂ ਮੀਰ ਦਾ ਪਿਛੋਕੜ ਹਜ਼ਰਤ ਮੁਹੰਮਦ ਦੇ ਦੂਜੇ ਉੱਤਰਾਧਿਕਾਰੀ ਹਜ਼ਰਤ ਉਮਰ ਨਾਲ ਜੁੜਦਾ ਹੈ। ਮੀਆਂ ਮੀਰ ਜੀ ਦਾ ਪਿਛੋਕੜ ਈਰਾਨ, ਅਫਗਾਨਿਸਤਾਨ ਨਾਲ ਜੁੜਿਆ ਹੋਇਆ ਹੈ। ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਨੇ ਸਾਈਂ ਮੀਆਂ ਮੀਰ ਜੀ ਦਾ ਜਨਮ 1550 ਈਸਵੀ ਦੇ ਨੇੜੇ ਤੇੜੇ ਹੋਇਆ ਲਿਖਿਆ ਹੈ। ਉਹਨਾਂ ਦੇ ਪਿਤਾ ਹਜ਼ਰਤ ਸਾਈਂ ਦਿੱਤਾ ਸੀਸਤਾਨ, ਈਰਾਨ, ਅਫਗਾਨਿਸਤਾਨ ਦੇ ਕਾਜ਼ੀ ਸਨ। ਸਾਈਂ ਮੀਆਂ ਮੀਰ ਜੀ ਅਜੇ 7 ਸਾਲਾਂ ਦੇ ਹੀ ਸਨ ਜਦੋਂ ਉਹਨਾਂ ਦੇ ਸਿਰ ਤੋਂ ਉਹਨਾਂ ਦੇ ਪਿਤਾ ਦਾ ਸਾਇਆ ਉੱਠ ਗਿਆ। ਉਹਨਾਂ ਦੀ ਮਾਂ ਪੀਰ ਦਸਤਗੀਰ ਦੇ ਰੂਹਾਨੀ ਘਰਾਣੇ ਵਿੱਚੋਂ ਸੀ, ਜਿਸ ਨੇ ਬੜੇ ਧਿਆਨ ਨਾਲ ਆਪਣੇ ਪ੍ਰਤਿਭਾਵਾਨ ਅਤੇ ਹੋਣਹਾਰ ਪੁੱਤਰ ਨੂੰ ਪਾਲ ਪੋਸ਼ ਕੇ ਵੱਡਾ ਕੀਤਾ। ਬੇਸ਼ੱਕ ਉਹਨਾਂ ਦੇ ਗਿਆਨ ਦਾ ਘੇਰਾ ਬੜਾ ਵਿਸ਼ਾਲ ਸੀ, ਪਰ ਉਹ ਪਰਾ ਭੌਤਿਕਵਾਦ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੇ ਸਨ। ਉਹਨਾਂ ਨੇ ਆਪਣੀ ਰੂਹਾਨੀ ਤਾਲੀਮ ਆਪਣੀ ਮਾਂ ਕੋਲੋਂ ਹੀ ਪ੍ਰਾਪਤ ਕੀਤੀ ਸੀ, ਅਤੇ ਅਜੇ ਉਹਨਾਂ ਦੇ ਮਦਰਸੇ ਦੀ ਪੜ੍ਹਾਈ ਮੁਕਾਈ ਨਹੀਂ ਸੀ ਜਦੋਂ ਉਹਨਾਂ ਨੇ ਰਹੱਸਵਾਦ ਦੇ ਖੇਤਰ ਵਿੱਚ ਵਿਲੱਖਣ ਸਥਾਨ ਪ੍ਰਾਪਤ ਕਰ ਲਿਆ ਸੀ। ਜਿਵੇਂ ਕਿ ਸਾਡੀ ਭਾਸ਼ਾ ਦਾ ਅਖਾਣ ਹੈ, ਸ਼ਾਹ ਬਿਨਾਂ ਪੱਤ ਨਹੀਂ, ਗੁਰੂ ਬਿਨਾਂ ਗੱਤ ਨਹੀਂ। ਮੀਆਂ ਮੀਰ ਨੂੰ ਹੁਣ ਕਿਸੇ ਐਸੇ ਗੁਰੂ ਦੀ ਤਲਾਸ਼ ਸੀ ਜਿਹੜਾ ਉਹਨਾਂ ਦੀ ਉਂਗਲੀ ਫੜ ਕੇ ਉਹਨਾਂ ਨੂੰ ਆਤਮਿਕ ਅਤੇ ਅਧਿਆਤਮਿਕ ਮੰਡਲਾਂ ਦੀ ਪੂਰੀ ਠਾਹ ਪਾਉਣ ਵਿੱਚ ਸਹਾਇਤਾ ਦੇ ਸਕੇ। ਅਖੀਰ ਉਹਨਾਂ ਨੇ ਸੀਸਤਾਨ ਦੀਆਂ ਪਹਾੜੀਆਂ ਵਿੱਚ ਸ਼ੇਖ ਖਿਜਰ ਦਾ ਜਾਲ ਫੜਿਆ ਅਤੇ ਉਸ ਦੇ ਮੁਰੀਦ ਬਣ ਗਏ। ਮਗਰੋਂ ਅਕਬਰ ਬਾਦਸ਼ਾਹ ਦੇ ਰਾਜਕਾਲ ਵਿੱਚ ਉਹ ਆਪਣੇ ਗੁਰੂ ਤੋਂ ਆਦੇਸ਼ ਪਾ ਕੇ ਲਾਹੌਰ ਆ ਟਿਕੇ। ਲਾਹੌਰ ਵਿੱਚ ਉਹਨਾਂ ਨੇ ਆਲਮਗੰਜ, ਦਾਰਪੁਰ, ਹਾਸਰਪੁਰ ਤੇ ਗਿਆਸਪੁਰ ਦੇ ਬਾਰ-ਬਾਰ ਦੇ ਇਲਾਕਿਆਂ ਨੂੰ ਆਪਣੀ ਰਿਹਾਇਸ਼ ਲਈ ਚੁਣਿਆ। ਇਹ ਥਾਂ ਉਦੋਂ ਹੀ ਉਜੜ ਗਏ ਸਨ। ਅੱਜ ਇਹ ਬਸਤੀਆਂ ਵੀ ਮੌਜੂਦ ਨਹੀਂ ਹਨ, ਪਰ ਇਸ ਥਾਂ ਨੂੰ ਮੀਆਂ ਮੀਰ ਜੀ ਦੀ ਛਾਉਣੀ ਕਰਕੇ ਜਾਣਿਆ ਜਾਂਦਾ ਹੈ। ਇਸ ਥਾਂ ਮੀਆਂ ਮੀਰ ਦਾ ਮਕਬਰਾ ਬਣਿਆ ਹੋਇਆ ਹੈ, ਜਿੱਥੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਜਾਂਦੇ ਹਨ। ਆਪਣੇ ਸਮੇਂ ਦਾ ਉੱਘਾ ਸੂਫੀ ਮੀਆਂ ਮੀਰ ਜੀ ਆਪਣੇ ਸਮੇਂ ਦੇ ਬੜੇ ਹਰਮਨ ਪਿਆਰੇ ਅਤੇ ਉੱਚ ਕੋਟੀ ਦੇ ਸੂਫੀ ਫਕੀਰ ਸਨ। ਹਰ ਸੂਫੀ ਇੱਕ ਰਹੱਸਵਾਦੀ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਹਰ ਰਹੱਸਵਾਦੀ ਸੂਫੀ ਵੀ ਹੋਵੇ, ਕਿਉਂਕਿ ਸੂਫੀ ਵਾਸਤੇ ਇਹ ਗੱਲ ਲਾਜ਼ਮੀ ਮੰਨੀ ਗਈ ਹੈ ਕਿ ਉਹ ਮੁੱਖ ਰੂਪ ਵਿੱਚ ਇੱਕ ਮੁਸਲਮਾਨ ਹੁੰਦਾ ਹੈ, ਅਤੇ ਮੁਸਲਮਾਨ ਉਹ ਹੁੰਦਾ ਹੈ ਜਿਹੜਾ ਕੁਰਾਨ ਅਤੇ ਹਜ਼ਰਤ ਮੁਹੰਮਦ ਉੱਤੇ ਈਮਾਨ ਲਗਾਉਂਦਾ ਹੈ। ਇੱਕ ਵਿਚਾਰ ਅਨੁਸਾਰ ਸੂਫੀ ਇਹ ਗੱਲ ਆਮ ਤੌਰ ਤੇ ਸਵੀਕਾਰ ਕਰਦੇ ਹਨ ਕਿ ਉਹਨਾਂ ਦੀ ਪ੍ਰਾਪਰਟੀ ਦਾ ਮਹਾਨ ਬਾਨੀ ਅਬੂ ਤਾਲਿਬ ਦਾ ਸੂਫੀ ਮਤ ਦਾ ਇੱਕ ਮੂਲ ਤੱਤ ਹੈ, ਪਰ ਤਿਆਗ ਦਾ ਉਹ ਤੱਤ ਨਾ ਤਾਂ ਇਸਲਾਮ ਵਿੱਚ ਹੈ ਅਤੇ ਨਾ ਹੀ ਯਹੂਦੀ ਮਤ ਜਾਂ ਅਰਬ ਲੋਕਾਂ ਦੇ ਪੂਰਵ ਇਸਲਾਮੀ ਸੱਭਿਆਚਾਰ ਵਿੱਚ। ਪਰ 8ਵੀਂ ਸਦੀ ਈਸਵੀ ਵਿੱਚ ਆਰੰਭ ਹੋਣ ਵਾਲੀ ਸੂਫੀਆਂ ਦੀ ਲਹਿਰ ਤਿਆਗ ਦੀ ਲਹਿਰ ਸੀ, ਇਸ ਲਈ ਇਸ ਨੂੰ ਇਸਲਾਮ ਵਿਰੋਧੀ ਸਮਝਿਆ ਗਿਆ। ਸੂਫੀ ਲਹਿਰ ਨੂੰ ਕੁਚਲਣ ਅਤੇ ਸੂਫੀਆਂ ਨੂੰ ਦੁੱਖ ਤਸੀਹੇ ਦੇਣ ਲਈ ਹੋਰ ਲਹਿਰਾਂ ਵੀ ਚਲਾਈਆਂ ਗਈਆਂ। ਸੋ ਸਵਾਲ ਪੈਦਾ ਹੁੰਦਾ ਹੈ ਕਿ ਇਸਲਾਮ ਵਿੱਚੋਂ ਫੁੱਟ ਨਿਕਲੀ ਇੱਕ ਸਾਖ ਸੂਫੀਵਾਦ ਵਿੱਚ ਤਿਆਗ ਦੀ ਭਾਵਨਾ ਵਾਲਾ ਤੱਤ ਕਿੱਥੋਂ ਆ ਗਿਆ, ਜਿਸ ਨੂੰ ਇਸਲਾਮ ਵਿਰੋਧੀ ਮੰਨਿਆ ਜਾਂਦਾ ਹੈ। ਸੂਫੀ ਮਤ ਅਤੇ ਇਸਲਾਮ। ਇਸ ਬਾਰੇ ਇਤਿਹਾਸਕਾਰਾਂ ਦਾ ਮਤ ਇਹ ਹੈ ਕਿ ਸਮਰਕੰਦ ਤੋਂ ਲੈ ਕੇ ਮਿਸਰ ਤੱਕ ਮੱਧ ਪੂਰਬ ਦੇ ਪੂਰੇ ਇਲਾਕੇ ਵਿੱਚ, ਜਿਸ ਵਿੱਚ ਈਰਾਨ, ਸੀਰੀਆ, ਈਰਾਨ, ਖੁਰਾਸਾਨ, ਬਲਖ, ਬੁਖਾਰਾ ਆਦਿ ਵੀ ਆ ਜਾਂਦੇ ਹਨ। ਇਸਲਾਮ ਦੇ ਉਦੇ ਤੋਂ ਪਹਿਲਾਂ ਬੁੱਧ ਮਤ, ਨਵ ਅਫਲਾਤੂਨਵਾਦ, ਨੋਸਟਿਕ ਮਤ ਵਰਗੀਆਂ ਕੁਝ ਤਿਆਗ ਪ੍ਰਾਪਰਟੀਆਂ ਦਾ ਬੋਲਬਾਲਾ ਸੀ।
ਇਸ ਲਈ ਸਪਸ਼ਟ ਹੈ ਕਿ ਤਿਆਗ ਉੱਥੋਂ ਦੇ ਲੋਕ ਸੱਭਿਆਚਾਰ ਦਾ ਇੱਕ ਅੰਗ ਬਣ ਚੁੱਕਾ ਸੀ, ਜਿਸ ਨੇ ਸੂਫੀ ਮਤ ਦੀ ਸ਼ਕਲ ਧਾਰਨ ਕਰ ਲਈ ਸੀ। ਡਿਕਸ਼ਨਰੀ ਆਫ ਇਸਲਾਮ ਦੇ ਪੰਨਾ ਨੰਬਰ 609 ਉੱਤੇ ਦਰਜ ਹੈ ਕਿ ਸੂਫੀ ਖੁਦ ਇਹ ਗੱਲ ਮੰਨਦੇ ਹਨ ਕਿ ਉਹਨਾਂ ਦੀ ਧਾਰਮਿਕ ਪਰਿਪਾਟੀ ਸਦਾ ਤੋਂ ਹੀ ਮੁਹੰਮਦ ਦੇ ਮਿਸਰ ਤੋਂ ਵੀ ਪਹਿਲਾਂ ਤੋਂ ਸੰਸਾਰ ਵਿੱਚ ਮੌਜੂਦ ਰਹੀ ਹੈ ਅਤੇ ਸੂਫੀਵਾਦ ਦਾ ਤਵੱਸਬਹੀਨ ਵਿਦਿਆਰਥੀ ਇਹ ਅਨੁਭਵ ਕਰੇਗਾ ਕਿ ਸੂਫੀਵਾਦ ਜਾਂ ਤਸੱਵੁਫ ਹਿੰਦੂ ਦਰਸ਼ਨ ਦੀ ਵੇਦਾਂਤ ਪ੍ਰਣਾਲੀ ਦੇ ਮੁਸਲਮਾਨ ਰੂਪ ਤੋਂ ਬਿਨਾਂ ਕੁਝ ਵੀ ਨਹੀਂ। S.R. ਸਾਰਦਾ ਨੇ ਆਪਣੀ ਪੁਸਤਕ ਸੂਫੀ ਥਾਟ ਵਿੱਚ ਦਾਰਾ ਸਕੋ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਿੰਦੂ ਵੇਦਾਂਤ ਅਤੇ ਮੁਸਲਮਾਨ ਰਹੱਸਵਾਦ ਇੱਕੋ ਹੀ ਚੀਜ਼ ਹੈ, ਫਰਕ ਹੈ ਤਾਂ ਕੇਵਲ ਭਾਸ਼ਾ ਦਾ। ਜਦੋਂ ਇਸਲਾਮ ਦੀ ਕੱਟੜਤਾ ਵੱਲੋਂ ਸੂਫੀਆਂ ਦਾ ਸਖਤ ਵਿਰੋਧ ਹੋਣ ਲੱਗਾ ਤਾਂ ਸੂਫੀਆਂ ਨੇ ਇਹ ਵਤੀਰਾ ਧਾਰਨ ਕੀਤਾ ਕਿ ਇੱਕ ਪਾਸੇ ਤਾਂ ਉਹ ਆਪਣੇ ਮਤ ਦੀ ਸੁਰੱਖਿਆ ਦੇ ਯਤਨ ਕਰਨ ਲੱਗੇ ਅਤੇ ਦੂਜੇ ਪਾਸੇ ਉਹ ਆਪਣੇ ਮਤ ਦਾ ਇਸਲਾਮ ਨਾਲ ਕੋਈ ਤਾਲਮੇਲ ਬਿਠਾਉਣ ਦਾ ਰਾਹ ਲੱਭਣ ਲੱਗੇ। ਇਸ ਸਥਿਤੀ ਵਿੱਚ ਸੂਫੀ ਮਤ ਸਿਲਸਿਲਿਆਂ ਵਿੱਚ ਵੰਡਿਆ ਗਿਆ ਅਤੇ ਕੁਝ ਇੱਕ ਐਸੇ ਸਿਲਸਿਲੇ ਹੋਂਦ ਵਿੱਚ ਆ ਗਏ ਜਿਨ੍ਹਾਂ ਵਿੱਚ ਇਸਲਾਮੀ ਸ਼ਰੀਅਤ ਨੂੰ ਮਾਣਯੋਗ ਥਾਂ ਮਿਲੀ। ਕਾਦਰੀ, ਸੁਹਰਾਵਰਦੀ, ਚਿਸ਼ਤੀ ਅਤੇ ਨਕਸ਼ਬੰਦੀ ਸਿਲਸਿਲੇ ਇਹਨਾਂ ਵਿੱਚ ਉੱਘੀ ਥਾਂ ਰੱਖਦੇ ਸਨ। ਇਹਨਾਂ ਵਿੱਚ ਸਾਨੂੰ ਕਿਸੇ ਨਾ ਕਿਸੇ ਪ੍ਰਕਾਰ ਦੀ ਇਸਲਾਮੀ ਕੱਟੜਤਾ ਦੇ ਅੰਸ਼ ਲੱਭ ਜਾਂਦੇ ਹਨ। ਇਸ ਧਾਰਨਾ ਦੀ ਇੱਕ ਉਦਾਹਰਣ ਵਜੋਂ ਸੰਗੀਤ ਵੱਲ ਸੂਫੀਆਂ ਦੇ ਵਤੀਰੇ ਨੂੰ ਲਿਆ ਜਾ ਸਕਦਾ ਹੈ। ਹਿੰਦੁਸਤਾਨ ਵਿੱਚ ਵਧੇਰੇ ਪ੍ਰਸਿੱਧ ਸੂਫੀ ਸਿਲਸਿਲਿਆਂ ਜਿਨ੍ਹਾਂ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ ਵਿੱਚੋਂ ਸਿਰਫ ਚਿਸ਼ਤੀ ਸਿਲਸਿਲਾ ਹੀ ਹੈ ਜਿਹੜਾ ਸੰਗੀਤ ਵਿੱਚੋਂ ਕਿਸੇ ਪ੍ਰਕਾਰ ਦੀ ਵਿਰਾਗਮਈ ਪ੍ਰੇਰਨਾ ਲੈਂਦਾ ਹੈ। ਸੁਹਰਾਵਾਦੀ ਸੂਫੀ ਆਮ ਕਰਕੇ ਸੰਗੀਤ ਨਾਲ ਲਗਾਓ ਨਹੀਂ ਰੱਖਦੇ ਅਤੇ ਉਹ ਆਮ ਕਰਕੇ ਪਵਿੱਤਰ ਕੁਰਾਨ ਨੂੰ ਹੀ ਹੇਕ ਨਾਲ ਪੜ੍ਹਨ ਦੀ ਸਿਫਾਰਿਸ਼ ਕਰਦੇ ਹਨ। ਕਾਦਰੀ ਸੰਗੀਤ ਦੇ ਆਮ ਕਰਕੇ ਅਤੇ ਵਾਦ ਸੰਗੀਤ ਦੇ ਖਾਸ ਕਰਕੇ ਵਿਰੋਧੀ ਹਨ ਅਤੇ ਨਕਸ਼ਬੰਦੀ ਸੰਗੀਤ ਦੇ ਹੋਰ ਵੀ ਜ਼ਿਆਦਾ ਦੁਸ਼ਮਣ ਹਨ। ਪੰਜਾਬ ਵਿੱਚ ਸੂਫੀ ਮਤ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਵੇਲੇ ਸੂਫੀ ਮਤ ਨੇ ਹਿੰਦੁਸਤਾਨ ਵਿੱਚ ਪ੍ਰਵੇਸ਼ ਕੀਤਾ ਸੀ ਉਸ ਵੇਲੇ ਪੰਜਾਬ ਨਾਂ ਦੀ ਕੋਈ ਰਾਜਨੀਤਿਕ ਭੂਗੋਲਿਕ ਇਕਾਈ ਨਹੀਂ ਸੀ। ਸ਼ਬਦ ਪੰਜਾਬ ਇਤਿਹਾਸਕ ਦ੍ਰਿਸ਼ਟੀ ਤੋਂ ਕੋਈ ਬਹੁਤ ਪੁਰਾਣਾ ਨਹੀਂ। ਇਸ ਸ਼ਬਦ ਦੀ ਵਰਤੋਂ ਦੀ ਗਵਾਹੀ 17ਵੀਂ ਸਦੀ ਦੇ ਪਿਛਲੇਰੇ ਅੱਧ ਤੋਂ ਪਹਿਲਾਂ ਦੀ ਨਹੀਂ ਮਿਲਦੀ। ਸਤਲੁਜ ਦਾ ਇਲਾਕਾ ਜਿਹੜਾ ਅਜੋਕੇ ਪੰਜਾਬ ਦਾ ਅੰਗ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸ਼ਾਮਲ ਨਹੀਂ ਸੀ। ਬਰਤਾਨਵੀ ਬਸਤੀਵਾਦੀਆਂ ਨੇ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਨੂੰ ਨਾਕਾਮ ਬਣਾ ਕੇ ਸਤਲੁਜ ਦੇ ਆਰ-ਪਾਰ ਦੇ ਇਲਾਕਿਆਂ ਨੂੰ ਜੋੜਿਆ ਅਤੇ ਹਰਿਆਣੇ ਦੇ ਕੁਝ ਜ਼ਿਲ੍ਹੇ ਇਸ ਵਿੱਚ ਸ਼ਾਮਲ ਕਰਕੇ ਪੰਜਾਬ ਨਾਮ ਦੀ ਰਾਜਨੀਤਿਕ ਭੂਗੋਲਿਕ ਇਕਾਈ ਦਾ ਸੰਗਠਨ ਕੀਤਾ, ਜਿਹੜੀ ਦੇਸ਼ ਦੇ ਆਜ਼ਾਦ ਹੋਣ ਸਮੇਂ ਦੋ ਪੰਜਾਬਾਂ ਵਿੱਚ ਵੰਡੀ ਗਈ ਅਤੇ ਭਾਰਤ ਵਾਲੇ ਪਾਸੇ ਦਾ ਪੂਰਬੀ ਪੰਜਾਬ ਫਿਰ ਅੱਗਿਓਂ ਹਰਿਆਣਾ ਅਤੇ ਹਿਮਾਚਲ ਸਮੇਤ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਇਸ ਲਈ ਜਦੋਂ ਅੱਜ ਅਸੀਂ ਇਸਲਾਮ ਦੇ ਸੂਫੀਆਂ ਦੇ ਪ੍ਰਸੰਗ ਵਿੱਚ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਅਜੋਕੇ ਪੰਜਾਬ ਦੀ ਗੱਲ ਨਹੀਂ, ਸਗੋਂ ਮੁੱਖ ਰੂਪ ਵਿੱਚ ਉਸ ਖਿੱਤੇ ਦੀ ਗੱਲ ਕਰਦੇ ਹਾਂ ਜਿਹੜਾ ਬਰਤਾਨਵੀ ਹਕੂਮਤ ਵੇਲੇ ਪੰਜਾਬ ਕਰਕੇ ਜਾਣਿਆ ਜਾਂਦਾ ਸੀ। ਪੰਜਾਬ ਵਿੱਚ ਸੂਫੀ ਮਤ ਦਾ ਪ੍ਰਵੇਸ਼ ਇਸਲਾਮ ਦੇ ਨਾਲ ਹੀ ਹੋਇਆ ਮੰਨਿਆ ਜਾਂਦਾ ਹੈ। ਇੱਕ ਰਵਾਇਤ ਅਨੁਸਾਰ ਬਾਬਾ ਰਤਨ ਨਾਮ ਦੇ ਇੱਕ ਵਿਅਕਤੀ ਨੇ ਸਭ ਤੋਂ ਪਹਿਲਾਂ ਮੱਕੇ ਵਿੱਚ ਹਜ਼ਰਤ ਮੁਹੰਮਦ ਦੇ ਹੱਥੋਂ ਇਸਲਾਮ ਕਬੂਲ ਕੀਤਾ ਸੀ, ਜਿਹੜਾ ਹਿੰਦੁਸਤਾਨ ਵਿੱਚ ਵਾਪਸ ਆ ਕੇ 1234 ਈਸਵੀ ਤੱਕ ਜਿਉਂਦਾ ਰਿਹਾ। ਪਰ ਇਹ ਗੱਲ ਇਸ ਲਈ ਮੰਨਣਯੋਗ ਨਹੀਂ ਹੈ ਕਿ ਕੋਈ ਵੀ ਆਦਮੀ ਤਕਰੀਬਨ 6 ਸਦੀਆਂ ਤੱਕ ਜਿਉਂਦਾ ਨਹੀਂ ਰਹਿ ਸਕਦਾ। ਇੱਕ ਹੋਰ ਦੰਦ ਕਥਾ ਅਨੁਸਾਰ ਬੀਬੀ ਪਾਕ ਦਾਮਨ ਨਾਮ ਦੀ ਇੱਕ ਬੱਚੀ ਹਜ਼ਰਤ ਅਲੀ ਦੀ ਸੰਤਾਨ ਵਿੱਚੋਂ ਸੀ। ਉਸ ਦੀ ਇਹ ਸੰਤਾਨ 680 ਤੋਂ 681 ਈਸਵੀ ਦੇ ਨੇੜੇ ਕਰਬਲਾ ਦੀ ਘਟਨਾ ਤੋਂ ਮਗਰੋਂ ਲਾਹੌਰ ਆ ਗਈ ਸੀ ਅਤੇ ਇਸ ਨੇ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੇ ਪ੍ਰਚਾਰ ਦੇ ਫਲਸਰੂਪ ਸਥਾਨਕ ਰਾਜੇ ਦੇ ਇੱਕ ਪੁੱਤਰ ਨੇ ਇਸਲਾਮ ਕਬੂਲ ਕਰ ਲਿਆ ਅਤੇ ਬਾਬਾ ਖਾਕੀ ਕਰਕੇ ਪ੍ਰਸਿੱਧ ਹੋਇਆ। 720 ਈਸਵੀ ਵਿੱਚ ਬਾਬਾ ਖਾਕੀ ਨੇ ਵਫਾਤ ਪਾਈ ਅਤੇ ਮੁਲਤਾਨ ਮੁਹੰਮਦ ਗਜਨਬੀ ਨੇ ਉਹਦਾ ਮਕਬਰਾ ਬਣਵਾਇਆ ਤੇ ਦੁਆਲੇ ਚਾਰ ਦੀਵਾਰੀ ਖੜੀ ਕਰਵਾਈ। ਇੱਕ ਹੋਰ ਮਤ ਅਨੁਸਾਰ ਮੁਹੰਮਦ ਬਿਨ ਕਾਸਮ ਦੁਆਰਾ ਪਹਿਲੀ ਸਦੀ ਹਿਜਰੀ ਨੂੰ ਪੰਜਾਬ ਵਿੱਚ ਇਸਲਾਮ ਨੇ ਕਦਮ ਰੱਖੇ, ਜਿੱਥੇ ਸਿੰਧ ਦੇ ਨਾਲ ਲੱਗਦੇ ਵੱਡੇ ਇਲਾਕੇ ਫਤਿਹ ਕਰ ਲੈਣ ਮਗਰੋਂ ਮੁਲਤਾਨ ਉੱਤੇ ਕਬਜ਼ਾ ਕਰ ਲਿਆ ਗਿਆ। ਮੁਹੰਮਦ ਬਿਨ ਕਾਸਿਮ ਨੇ ਬਾਬੂਦ ਬਿਨ ਨਾਸਰ ਉਲ ਉਮਾਨੀ ਨੂੰ ਮੁਲਤਾਨ ਦਾ ਗਵਰਨਰ ਥਾਪਿਆ, ਜਿਸ ਨੇ ਇਸ ਸ਼ਹਿਰ ਵਿੱਚ ਇੱਕ ਮਸਜਿਦ ਬਣਵਾਈ। ਇਹ ਪੰਜਾਬ ਵਿੱਚ ਬਣਾਈ ਗਈ ਪਹਿਲੀ ਮਸਜਿਦ ਮੰਨੀ ਜਾਂਦੀ ਹੈ। ਇਹ ਸਭ ਗੱਲਾਂ ਜਨਾਬ ਮਜ਼ੀਦ ਅਲੀ ਖਾਨ ਨੇ ਆਪਣੇ ਇੱਕ ਲੇਖ ਪੰਜਾਬ ਵਿੱਚ ਸੂਫੀ ਮਤ ਵਿੱਚ ਕਹੀਆਂ ਹਨ। ਅਸੀਂ ਇਹ ਜਾਣਦੇ ਹਾਂ ਕਿ ਪੰਜਾਬ ਉਸ ਸ਼ਾਹਰਾ ਉੱਤੇ ਵਸਦਾ ਪ੍ਰਾਂਤ ਸੀ
ਜਿਸ ਉਤੋਂ ਦੀ ਲੰਘਦੇ ਮੁਸਲਮਾਨ ਅਤੇ ਉਹਨਾਂ ਦਾ ਸੱਭਿਆਚਾਰ ਹਿੰਦੁਸਤਾਨ ਵਿੱਚ ਫੈਲਿਆ। ਇਸ ਲਈ ਕੁਦਰਤੀ ਸੀ ਕਿ ਪੰਜਾਬ ਦੇ ਸ਼ਹਿਰ ਅਤੇ ਪਿੰਡ ਮੁਸਲਮਾਨ ਸੂਫੀ ਸੰਤਾਂ ਦੇ ਟਿਕਾਣੇ ਬਣਦੇ ਸਨ। ਸ਼ੁਰੂ ਵਿੱਚ ਜਿਹੜੇ ਸੂਫੀ ਪੰਜਾਬ ਵਿੱਚ ਆ ਕੇ ਬੈਠੇ, ਉਹਨਾਂ ਵਿੱਚ ਇਮਾਮ ਨਿਸਰੂਦੀਨ, ਜਿਹੜੇ 1945 ਈਸਵੀ ਵਿੱਚ ਜਲੰਧਰ ਵਿੱਚ ਅੱਲਾ ਨੂੰ ਪਿਆਰੇ ਹੋ ਗਏ ਸਨ, ਸ਼ੇਖ ਇਸਮਾਇਲ ਬੁਖਾਰੀ, ਅਹਿਮਦ ਤੋਖਤਾ ਲਾਹੌਰੀ, ਯਾਕੂਬ ਸਦਰ ਦੀਵਾਨ, ਅਜ਼ੀਜ਼ੁਦੀਨ ਮਾਕੀ, ਇਹ ਨਾਮ ਵਰਣਨਯੋਗ ਹਨ। ਮੁੱਢਲੇ ਦੌਰ ਦੇ ਸੂਫੀ ਵੀ ਇਸਲਾਮ ਦੇ ਪ੍ਰਚਾਰਕ ਸਨ, ਜਿਵੇਂ ਕਿ ਮੁਸਲਮਾਨ ਹਾਕਮ ਇਸਲਾਮ ਦੇ ਪ੍ਰਚਾਰਕ ਸਨ। ਹਾਕਮਾਂ ਦਾ ਇਸਲਾਮ ਤਲਵਾਰ ਦੇ ਜ਼ੋਰ ਅਤੇ ਮੌਲਵੀਆਂ ਦੇ ਧਗਾਣੇ ਦੇ ਜ਼ੋਰ ਉੱਪਰ ਫੈਲਾਇਆ ਜਾ ਰਿਹਾ ਸੀ। ਜ਼ਾਹਿਰ ਹੈ ਕਿ ਲੋਕਾਂ ਨੂੰ ਪ੍ਰਭਾਵਿਤ ਨਹੀਂ ਸੀ ਕਰ ਸਕਦਾ, ਪਰ ਉਹ ਇਸਲਾਮ ਜਿਸ ਦੀ ਪ੍ਰਤੀਨਿਧਤਾ ਸੂਫੀ ਕਰਦੇ ਸਨ, ਸਥਾਨਕ ਵਾਸੀਆਂ ਨੂੰ ਭਾ ਗਿਆ ਸੀ। ਸੂਫੀਆਂ ਦੀ ਸਹਿਨਸ਼ੀਲਤਾ, ਤਿਆਗ, ਸਿਦਕ ਤੇ ਮਿੱਤਰ ਭਾਵਨਾ ਸਦਕਾ ਹੇਠਲੀਆਂ ਪ੍ਰਾਣੀਆਂ ਦੇ ਹਿੰਦੂ ਖਾਸ ਕਰਕੇ ਇਸਲਾਮ ਵੱਲ ਖਿੱਚੇ ਗਏ ਸਨ। ਪੰਜਾਬੀ ਸਾਹਿਤ ਦੇ ਪਿਤਾਮਾ ਸ਼ੇਖ ਫਰੀਦ ਉਦੀਨ ਸਕਰਗੰਜ ਦਾ ਨਾਮ, ਜਿਨ੍ਹਾਂ ਦੀ ਰਚਨਾ ਨੂੰ ਗੁਰੂ ਸਾਹਿਬ ਨੇ ਬੜੇ ਆਦਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਦਿੱਤਾ ਹੈ, ਇਸ ਕੋਟੀ ਦੇ ਸੂਫੀ ਗਿਣੇ ਜਾਂਦੇ ਹਨ। ਬਾਬਾ ਫਰੀਦ ਜੀ ਦਾ ਸੰਬੰਧ ਚਿਸ਼ਤੀ ਸਿਲਸਿਲੇ ਨਾਲ ਸੀ। ਇਸ ਸਿਲਸਿਲੇ ਦੇ ਮੋਢੀ ਖਵਾਜਾ ਮੁਈਉਦੀਨ ਚਿਸ਼ਤੀ ਦਾ ਜਨਮ ਵੀ ਸੀਸਤਾਨ ਵਿੱਚ ਹੀ ਹੋਇਆ ਸੀ ਅਤੇ 12ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਉਹ ਹਿੰਦੁਸਤਾਨ ਆ ਗਏ ਸਨ। ਮੀਆਂ ਮੀਰ ਜੀ ਦਾ ਯੋਗਦਾਨ। ਮੀਆਂ ਖੇਲ ਕਾਦਰੀ ਸਿਲਸਿਲੇ ਦੀ ਬੁਨਿਆਦ ਮੀਆਂ ਮੁਹੰਮਦ ਅਥਵਾ ਮੀਆਂ ਮੀਰ ਜੀ ਨੇ ਰੱਖੀ। ਪੰਜਾਬ ਦੇ ਕਾਦਰੀ ਸੂਫੀਆਂ ਵਿੱਚ ਮੀਆਂ ਮੀਰ ਜੀ ਦਾ ਦਰਜਾ ਬੜਾ ਉੱਚਾ ਹੈ। ਸ਼ਹਿਜ਼ਾਦਾ ਦਾਰਾ ਸ਼ਿਕੋਹ ਉਹਨਾਂ ਦਾ ਬੜਾ ਕਦਰਦਾਨ ਸੀ ਅਤੇ ਉਹਨਾਂ ਦਾ ਚੇਲਾ ਬਣਨਾ ਚਾਹੁੰਦਾ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਮੀਆਂ ਮੀਰ ਜੀ ਨੂੰ ਆਪਣਾ ਗੁਰੂ ਧਾਰਨ ਕਰਦਾ, ਮੀਆਂ ਮੀਰ ਜੀ ਅੱਲਾ ਨੂੰ ਪਿਆਰੇ ਹੋ ਗਏ ਸਨ। ਉਸ ਤੋਂ ਪਿੱਛੋਂ ਦਾਰਾ ਸ਼ਿਕੋਹ ਮੀਆਂ ਮੀਰ ਜੀ ਦੇ ਚੇਲੇ ਖਲੀਫਾ ਮੁੱਲਾ ਸ਼ਾਹ ਬਦਖਸ਼ਾਨੀ ਦਾ ਮੁਰੀਦ ਬਣਿਆ। ਇਹ 1639 ਈਸਵੀ ਦੀ ਗੱਲ ਹੈ। ਮੁੱਲਾ ਸ਼ਾਹ ਬਦਖਸ਼ਾਨੀ ਉਨੀ ਦਿਨੀ ਕਸ਼ਮੀਰ ਵਿੱਚ ਰਿਹਾ ਕਰਦਾ ਸੀ। ਮੀਆਂ ਮੀਰ ਜੀ 17ਵੀਂ ਸਦੀ ਦੇ ਉਹਨਾਂ ਮੁਸਲਮਾਨ ਸੰਤਾਂ ਅਤੇ ਚਿੰਤਕਾਂ ਵਿੱਚੋਂ ਇੱਕ ਹਨ ਜਿਹੜੇ ਵਹਿਦਤ ਉਲ ਵਜੂਦ ਭਾਵ ਅਤਵੈਦਵਾਦ ਦੇ ਸਿਧਾਂਤ ਦੇ ਜ਼ੋਰਦਾਰ ਸਮਰਥਕ ਸਨ, ਜਿਹੜਾ ਇਬਰ ਉਲ ਅਰਾਬੀ ਨੇ ਪੇਸ਼ ਕੀਤਾ ਸੀ। ਚਿੰਤਨਸ਼ੀਲ ਰਹੱਸਵਾਦ ਅਤੇ ਅਧਿਆਤਮਵਾਦੀ ਧਾਰਮਿਕ ਵਿਚਾਰ ਪ੍ਰਣਾਲੀ ਦੇ ਵਿਕਾਸ ਵਿੱਚ ਨਿੱਘਰ ਯੋਗਦਾਨ ਪਾਉਣ ਵਾਲੇ ਮੀਆਂ ਮੀਰ ਅਤੇ ਉਹਨਾਂ ਦੇ ਹੋਰ ਸਮਕਾਲੀਆਂ ਵਿੱਚ ਸ਼ੇਖ ਮਹੀਬ ਉੱਲਾ ਅਤੇ ਸਰਮਦ ਦੇ ਨਾਮ ਵਰਣਨਯੋਗ ਹਨ। ਇਹ ਸਭ ਸੂਫੀ ਸੰਤ ਸੱਚ ਦੇ ਢੰਡਾਊਆਂ ਲਈ ਪ੍ਰਭੂ ਪ੍ਰੇਮ ਅਤੇ ਪਰਮਾਰਥ ਨੂੰ ਸਭ ਤੋਂ ਉੱਚਾ ਸਥਾਨ ਦਿੰਦੇ ਸਨ। ਇਹ ਵਿਚਾਰ ਗੁਰੂ ਸਾਹਿਬਾਨਾਂ ਦੇ ਵਿਚਾਰਾਂ ਨਾਲ ਮੇਲ ਖਾਂਦੇ ਸਨ। ਵਿਚਾਰਾਂ ਦੇ ਉਦੇਸ਼ਾਂ ਦੀ ਇਸ ਨੇੜਤਾ ਕਾਰਨ ਹੀ ਮੁਸਲਮਾਨ ਸੂਫੀਆਂ ਅਤੇ ਸਿੱਖ ਗੁਰੂਆਂ ਦੇ ਵਿਚਕਾਰ ਦੋਸਤਾਨਾ ਸੰਬੰਧ ਕਾਇਮ ਹੋਏ ਅਤੇ ਇਹਨਾਂ ਸੰਬੰਧਾਂ ਦਾ ਪੰਜਾਬ ਵਿੱਚ ਇੱਕ ਨਵੀਂ ਕਿਸਮ ਦੇ ਸਰਬ ਸਾਂਝੇ ਸੱਭਿਆਚਾਰ ਦੀ ਸਿਰਜਣਾ ਵਿੱਚ ਬੜਾ ਯੋਗਦਾਨ ਰਿਹਾ ਹੈ। ਗੁਰੂ ਅਰਜਨ ਸਾਹਿਬ ਜੀ ਨਾਲ ਮੇਲ। ਮੀਆਂ ਮੀਰ ਨੇ ਲਾਹੌਰ ਵਿੱਚ ਡੇਰਾ ਲਾਇਆ ਅਤੇ ਉਹ ਸਭ ਲਾਹੌਰੀਆਂ ਦੇ ਧਿਆਨ ਦਾ ਕੇਂਦਰ ਬਣ ਗਿਆ ਸੀ। ਮੀਆਂ ਮੀਰ ਜੀ ਬੜਾ ਮਿਲਣਸਾਰ ਸੀ। ਉਸ ਦੇ ਹਿਰਦੇ ਵਿੱਚੋਂ ਮਾਨਵ ਪਿਆਰ ਡੁੱਲ ਪੈਂਦਾ ਸੀ। ਇਹ ਠੀਕ ਹੈ ਕਿ ਹੋਰ ਸੂਫੀਆਂ ਵਾਂਗ ਉਹ ਵੀ ਇਕਾਂਤ ਪਸੰਦ ਬੰਦਾ ਸੀ, ਪਰ ਇਸ ਦੇ ਬਾਵਜੂਦ ਸਭ ਧਰਮਾਂ ਅਤੇ ਜਾਤਾਂ ਵਰਗਾਂ ਦੇ ਲੋਕ ਉਸ ਦੇ ਦਰਸ਼ਨਾਂ ਨੂੰ ਆਉਂਦੇ ਸਨ। ਵਿਦਵਾਨ, ਸੂਫੀ, ਜੋਗੀ, ਸੰਨਿਆਸੀ ਅਤੇ ਸਾਧੂ ਉਹਦੇ ਡੇਰੇ ਬੈਠੇ ਵਿਚਾਰਾਂ ਕਰਦੇ ਰਹਿੰਦੇ ਸਨ ਅਤੇ ਉੱਥੇ ਬੌਧਿਕਤਾ ਦਾ ਇੱਕ ਵਾਤਾਵਰਣ ਬਣਿਆ ਹੋਇਆ ਸੀ। ਹਰੀ ਰਾਮ ਗੁਪਤਾ ਨੇ ਆਪਣੀ ਅੰਗਰੇਜ਼ੀ ਪੁਸਤਕ ਸਿੱਖ ਇਤਿਹਾਸ ਦੀ ਪਹਿਲੀ ਜਿਲਦ ਵਿੱਚ ਪੰਨਾ 364 ਉੱਤੇ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਆਪਣੇ ਪਿਤਾ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਲਣ ਅਕਸਰ ਲਾਹੌਰ ਆਇਆ ਕਰਦੇ ਸਨ। ਇੱਕ ਵਾਰ ਉਹ ਲਾਹੌਰ ਆਏ ਅਤੇ ਪੀਰ ਜੀ ਨੂੰ ਮਿਲਣ ਚਲੇ ਗਏ। ਬਸ ਫੇਰ ਕੀ ਸੀ, ਈਸ਼ਵਰ ਦੇ ਦੋ ਭਗਤ ਮਿਲੇ ਅਤੇ ਸਦਾ ਵਾਸਤੇ ਇੱਕ ਦੂਜੇ ਦੇ ਮਿੱਤਰ ਬਣ ਗਏ। ਉਮਰ ਵਿੱਚ ਮੀਆਂ ਮੀਰ ਗੁਰੂ ਸਾਹਿਬਾਨ ਨਾਲੋਂ 13 ਸਾਲ ਵੱਡੇ ਸਨ। ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਿੱਖ ਮਤ ਦਾ ਇੱਕ ਬੁਨਿਆਦੀ ਸਿਧਾਂਤ ਰਿਹਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭ ਗੁਰੂ ਸਾਹਿਬਾਨਾਂ ਵੱਲੋਂ ਮਾਨਸਕੀ ਜਾਤ ਸਭੇ ਏਕੇ ਪਹਿਚਾਨ ਦੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ ਅਤੇ ਇਹ ਸਿੱਖਿਆ ਸਿਧਾਂਤ ਤੋਂ ਬਿਹਾਰ ਦੀ ਪੱਧਰ ਤੱਕ ਅਮਲ ਵਿੱਚ ਆਈ ਹੈ। ਗੁਰੂ ਦੇ ਲੰਗਰ ਦੀ ਪ੍ਰਥਾ ਇਸ ਦਾ ਇੱਕ ਰੂਪ ਹੈ, ਜਿੱਥੇ ਛੋਟੇ ਵੱਡੇ, ਰਾਜਾ ਅਤੇ ਰੰਕ ਸਭ ਇੱਕ ਪੰਗਤ ਵਿੱਚ ਭੁੰਜੇ ਬੈਠ ਕੇ ਪ੍ਰਸ਼ਾਦੇ ਛਕਦੇ ਹਨ। ਸਿੱਖ ਧਰਮ ਅਸਥਾਨ ਅਰਥਾਤ ਗੁਰੂਦੁਆਰਿਆਂ ਦੇ ਚੌਂ ਦਿਸ਼ਾਵਾਂ ਵਿੱਚ ਚੌਹੇ ਵਰਨਾਂ ਲਈ ਸਦਾ ਖੁੱਲੇ ਰਹਿਣ ਵਾਲੇ 4 ਦਰਵਾਜ਼ੇ ਇਸੇ ਸਰਬ ਸਾਂਝੀ ਬਾਲਤਾ ਦੇ ਪ੍ਰਤੀਕ ਹਨ। ਮੀਆਂ ਮੀਰ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਮਿੱਤਰਤਾ
ਸੂਫੀ ਲਹਿਰ ਤੇ ਗੁਰੂ ਲਹਿਰ ਦੇ ਨਿੱਘੇ ਆਪਸੀ ਸਬੰਧਾਂ ਦੀ ਇੱਕ ਹੋਰ ਉੱਘੀ ਉਦਾਹਰਣ ਹੈ। ਸੋ ਅਗਲੀ ਵੀਡੀਓ ਵਿੱਚ ਸੁਣਾਂਗੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣਾ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸੰਤਾਪ, ਕਿੱਸਾ ਮਾਤਾ ਕੌਲਾਂ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ। ਸੋ ਉਮੀਦ ਹੈ ਤੁਹਾਨੂੰ ਸਾਡਾ ਇਹ ਉਪਰਾਲਾ ਵਧੀਆ ਲੱਗਿਆ ਹੋਵੇਗਾ। ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਹੋਰਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚਾਉਣ ਲਈ ਸੇਵਾ ਵੀ ਨਿਭਾਉਣੀ ਜੀ।